ਤੁਹਾਡਾ ਆਪਾਂ GS ਐਂਡ ED ਦਾ ਚੈਪਟਰ ਨੰਬਰ 1 ਸ਼ੁਰੂ ਕਰਨ ਲੱਗੇ ਹਾਂ। ਚੈਪਟਰ ਨੰਬਰ 1 ਇੰਟਰੋਡਕਸ਼ਨ ਟੂ ਜੈਨਰਿਕ ਸਕਿੱਲਸ ਤੁਹਾਡਾ ਫਸਟ ਚੈਪਟਰ ਹੈ ਬੇਟੇ। ਇਹ ਸਭ ਤੋਂ ਪਹਿਲਾਂ ਆਪਾਂ ਦੇਖਣਾ ਕਿ ਜੈਨਰਿਕ ਸਕਿੱਲਸ ਉਹ ਸਕਿੱਲਸ ਹੁੰਦੇ ਨੇ ਜਿਹੜੀ ਤੁਹਾਡੀ ਇੰਪਲੋਇਮੈਂਟ ਦੇ ਵਿੱਚ ਹੈਲਪ ਕਰਦੇ ਨੇ, ਤੁਹਾਨੂੰ ਨੌਕਰੀ ਦਿਵਾਉਣ ਦੇ ਵਿੱਚ ਹੈਲਪ ਕਰਦੇ ਨੇ। ਤੁਸੀਂ ਹੁਣ ਇੱਥੇ ਡਿਪਲੋਮਾ ਕਾਲਜ ਦੇ ਵਿੱਚ ਟੈਕਨੀਕਲ ਸਕਿੱਲਸ ਗੇਨ ਕਰ ਰਹੇ ਹੋ ਆਪਣੇ ਪੋਲੀਟੈਕਨਿਕ ਦੇ ਵਿੱਚ। ਤੁਸੀਂ 3 ਸਾਲ ਦਾ ਡਿਪਲੋਮਾ ਕਰੋਗੇ, ਇਹਦੇ ਵਿੱਚ ਡਿਫਰੈਂਟ ਤੁਸੀਂ ਆਪਣੇ ਟੈਕਨੀਕਲ ਸਕਿੱਲਸ ਨੂੰ ਇੰਪਰੂਵ ਕਰੋਗੇ। ਜਦੋਂ ਤੁਸੀਂ ਨੌਕਰੀ ਲੈਣ ਲਈ ਜਾਣਾ ਹੈ ਉਹਦੇ ਲਈ ਤੁਹਾਨੂੰ ਸੌਫਟ ਸਕਿੱਲਸ ਚਾਹੀਦੇ ਹੁੰਦੇ ਨੇ। ਟੈਕਨੀਕਲ ਸਕਿੱਲਸ ਦੇ ਨਾਲ ਤੁਹਾਨੂੰ ਜੈਨਰਿਕ ਸਕਿੱਲਸ ਇੰਪਲੋਇਮੈਂਟ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੇ ਨੇ। ਐਜੂਕੇਸ਼ਨ ਇਜ਼ ਨਾਟ ਦਾ ਨੇਮ ਆਫ ਐਨੀ ਡਿਗਰੀ ਔਰ ਡਿਪਲੋਮਾ ਸਰਟੀਫਿਕੇਟ that can be shown to others as a proof। ਦੇਖੋ ਬੇਟੇ, ਅੱਜ ਦੇ ਟਾਈਮ ਦੇ ਵਿੱਚ ਇਹ ਕੋਈ ਪਰਪਸ ਨਹੀਂ ਕਿ ਆਪਣੇ ਕੋਲੇ ਡਿਪਲੋਮਾ ਡਿਗਰੀ ਆਪਾਂ ਸਰਟੀਫਿਕੇਸ਼ਨ ਨਹੀਂ ਦਿਖਾਉਣੀ, ਬਟ ਇਟ ਇਜ਼ ਦਾ ਨੇਮ ਆਫ ਆਵਰ ਐਟੀਟਿਊਡ, ਐਕਸ਼ਨ, ਲੈਂਗੁਏਜ, ਬਿਹੇਵੀਅਰ ਐਂਡ ਪਰਸਨੈਲਿਟੀ ਵਿਦ ਅਦਰਸ ਇਨ ਰੀਅਲ ਲਾਈਫ। ਸਾਡੀ ਜਿਹੜੀ ਓਵਰਆਲ ਪਰਸਨੈਲਿਟੀ ਆਪਾਂ ਡਿਵੈਲਪਮੈਂਟ ਕਹਿੰਦੇ ਆ ਉਹਦੇ ਵਿੱਚ ਚੇਂਜਸ ਹੋਣੀਆਂ ਚਾਹੀਦੀਆਂ ਨੇ। The skills acquired by a student during his course of study fall into 2 categories. Number 1 is technical skills, the technical knowledge related to his field of study। ਤੁਹਾਡੇ ਚੋਂ ਤੁਸੀਂ ਬੱਚੇ ਹੁਣ ਮਕੈਨੀਕਲ ਦਾ ਡਿਪਲੋਮਾ ਕਰ ਰਹੇ ਹੋ, ਕੋਈ ਇਲੈਕਟ੍ਰੀਕਲ ਦਾ ਕਰ ਰਿਹਾ ਹੈ, ਕੋਈ ਸਿਵਲ ਦਾ ਕਰ ਰਿਹਾ ਹੈ, ਕੋਈ ਕੰਪਿਊਟਰਸ ਦਾ ਕਰ ਰਿਹਾ ਹੈ। Second is generic skills, the generic skills of communication, writing and listening। ਤੁਸੀਂ ਟੈਕਨੀਕਲ ਸਕਿੱਲਸ ਦੇ ਨਾਲ ਨਾਲ ਆਪਣੀ ਕਮਿਊਨੀਕੇਸ਼ਨ ਨੂੰ, ਆਪਣੀ ਰਾਈਟਿੰਗ ਨੂੰ, ਆਪਣੀ ਲਿਸਨਿੰਗ ਨੂੰ ਇੰਪਰੂਵ ਕਰਨਾ। ਇੰਪਲੋਇਮੈਂਟ ਸਕਿੱਲਸ ਕੰਸਿਸਟਸ ਆਫ ਟੈਕਨੀਕਲ ਸਕਿੱਲਸ ਐਂਡ ਜੈਨਰਿਕ ਸਕਿੱਲਸ। ਜਿਹੜੇ ਇੰਪਲੋਇਮੈਂਟ ਸਕਿੱਲਸ ਨੇ, ਇੰਪਲੋਏਬਿਲਿਟੀ ਸਕਿੱਲਸ ਨੇ, ਜਿਹੜੇ ਤੁਹਾਡੀ ਨੌਕਰੀ ਦਿਵਾਉਣ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ। ਆਪਾਂ ਨੂੰ 2 ਪਾਰਟ ਵਿੱਚ ਕਹਿੰਦੇ ਆ ਕਿ ਟੈਕਨੀਕਲ ਸਕਿੱਲਸ ਐਂਡ ਜੈਨਰਿਕ ਸਕਿੱਲਸ। ਟੈਕਨੀਕਲ ਸਕਿੱਲਸ ਆਰ ਆਫ ਨੋ ਵਰਥ ਵਿਦਾਊਟ ਜੈਨਰਿਕ ਸਕਿੱਲ। ਤੁਹਾਡੇ ਕੋਲ ਟੈਕਨੀਕਲ ਸਕਿੱਲ ਜਿੰਨਾ ਮਰਜ਼ੀ ਹੋਵੇ, ਜਦ ਤੱਕ ਤੁਹਾਡੇ ਕੋਲ ਜੈਨਰਿਕ ਸਕਿੱਲਸ ਨਹੀਂ ਹੈਗੀਆਂ ਤਾਂ ਤੁਹਾਨੂੰ ਮਲਟੀਨੈਸ਼ਨਲ ਕੰਪਨੀਆਂ MNCs ਦੇ ਵਿੱਚ ਜੌਬ ਲੈਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ। ਇੰਪਲੋਏਬਿਲਿਟੀ ਸਕਿੱਲਸ, ਟੈਕਨੀਕਲ ਸਕਿੱਲਸ ਔਰ ਐਜੂਕੇਸ਼ਨਲ ਸਕਿੱਲਸ ਐਂਡ ਜੈਨਰਿਕ ਸਕਿੱਲਸ ਔਰ ਸੌਫਟ ਸਕਿੱਲਸ। Employability skills are important because of the significant change in the economy due to globalization and the way organizations of today operate। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੇਟੇ ਆਪਾਂ ਗਲੋਬਲ ਵਿਲੇਜ ਬਣ ਚੁੱਕੇ ਆ। ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹਨਾਂ ਦੇ ਵਿੱਚ ਤੁਸੀਂ ਜੌਬ ਕਰਨੀ ਹੈ। ਗਲੋਬਲਾਈਜੇਸ਼ਨ ਕਰਕੇ ਅੱਜ ਦੇਖੋ ਸਾਰੇ ਬੱਚੇ ਜਿਹੜੇ ਵੀ ਨੇ ਉਹ ਕੈਂਪਸ ਇੰਟਰਵਿਊ ਦੇ ਵਿੱਚ ਸਿਲੈਕਟ ਕਰ ਰਹੇ ਨੇ। ਉਹ ਬਿਲਕੁਲ ਯੰਗ ਬੱਚਿਆਂ ਨੂੰ ਕੈਂਪਸ ਸਿਲੈਕਟ ਕਰਕੇ ਆਰਗੇਨਾਈਜੇਸ਼ਨ ਦੇ ਵਿੱਚ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ ਪਲੇਸਮੈਂਟ ਕਰਦੇ ਨੇ। ਦਿਸ ਰਿਕੁਆਇਰਸ ਦਾ EMPLOYEES ਟੂ ਬੀ ਪ੍ਰੀਪੇਅਰਡ ਫॉर ਪਰਫਾਰਮਿੰਗ ਮਲਟੀਪਲ ਡਿਊਟੀਜ਼ ਇਨ ਡਿਫਰੈਂਟ ਸਿਚੁਏਸ਼ਨਸ। ਜਦੋਂ ਤੁਸੀਂ ਆਪਣੇ ਟੈਕਨੀਕਲ ਸਕਿੱਲਸ ਦੇ ਨਾਲ ਸੌਫਟ ਸਕਿੱਲ, ਜੈਨਰਿਕ ਸਕਿੱਲਸ ਨੂੰ ਇੰਪਰੂਵ ਕਰ ਲੈਂਦੇ ਹੋ ਤਾਂ ਤੁਸੀਂ ਕੰਪਨੀ ਦੇ ਵਿੱਚ ਡਿਫਰੈਂਟ ਸਿਚੁਏਸ਼ਨਸ ਦੇ ਵਿੱਚ ਡਿਫਰੈਂਟ ਟਾਈਪਸ ਨਾਲ ਪਰਫਾਰਮ ਕਰ ਸਕਦੇ ਹੋ। ਦਾ ਐਗਜ਼ਾਮਪਲਸ ਆਫ ਸੌਫਟਵੇਅਰ ਇੰਜੀਨੀਅਰ ਵਰਕਿੰਗ ਐਜ਼ ਮਾਰਕੀਟਿੰਗ ਐਗਜ਼ੀਕਿਊਟਿਵ ਫॉर ਅ ਬੈਂਕ। ਤੁਹਾਡੇ ਇੱਕ ਸੌਫਟਵੇਅਰ ਇੰਜੀਨੀਅਰ ਹੈ, ਅੱਜ ਦੇ ਟਾਈਮ ਦੇ ਅੱਛੀ ਜੌਬ ਕੋਈ ਬੈਂਕ ਦੇ ਵਿੱਚ ਹੈ, ਉਹ ਮਾਰਕੀਟਿੰਗ ਦਾ ਕੰਮ ਕਰ ਰਿਹਾ ਹੈ ਬੈਂਕ ਦੇ ਵਿੱਚ। ਔਰ ਮਕੈਨੀਕਲ, ਇਲੈਕਟ੍ਰੀਕਲ ਇੰਜੀਨੀਅਰਿੰਗ ਵਰਕਿੰਗ ਐਜ਼ ਮਾਰਕੀਟਿੰਗ ਐਗਜ਼ੀਕਿਊਟਿਵ ਔਰ ਡਿਫਰੈਂਟ ਫਰਮਸ ਲਾਈਕ ਕਾਲ ਸੈਂਟਰ। ਅੱਜ ਦੇ ਟਾਈਮ ਦੇ ਵਿੱਚ ਤੁਸੀਂ ਮਕੈਨੀਕਲ ਦਾ ਡਿਪਲੋਮਾ ਕੀਤਾ ਹੈ, ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ ਹੈ, ਤੁਸੀਂ ਡਿਫਰੈਂਟ ਜੋ ਅੱਜ ਕੱਲ੍ਹ ਆਪਣੇ ਕੋਲੇ MNCs ਦਾ ਟ੍ਰੈਂਡ ਹੈ। ਹੁਣ ਦੇਖੋ ਕਾਲ ਸੈਂਟਰਸ ਦੇ ਵਿੱਚ ਜੌਬਸ ਨੇ, ਐਮਾਜ਼ੋਨਸ ਦੇ ਵਿੱਚ ਜੌਬਸ ਨੇ। ਇਹ ਸਾਰੀਆਂ ਕੰਪਨੀਜ਼ ਬੜੀਆਂ ਅੱਛੀਆਂ ਕੰਪਨੀਜ਼ ਨੇ। ਇਹਦੇ ਵਿੱਚ ਕੀ ਹੈ, ਬੇਸਿਕ ਤੁਹਾਡੇ ਕੋਲੇ ਐਜੂਕੇਸ਼ਨਲ ਸਕਿੱਲਸ ਦੇ ਨਾਲ ਜੈਨਰਿਕ ਸਕਿੱਲਸ ਦੋਨਾਂ ਨੂੰ ਚਾਹੀਦਾ ਹੈ। ਜੈਨਰਿਕ ਸਕਿੱਲਸ ਦਾ ਮੇਨ ਪਰਪਸ ਇਹ ਹੈ ਕਿ ਤੁਹਾਨੂੰ ਐਜੂਕੇਸ਼ਨ ਦੇ ਨਾਲ ਨਾਲ ਤੁਹਾਡੀ ਓਵਰਆਲ ਪਰਸਨੈਲਿਟੀ ਨੂੰ ਚੇਂਜ ਕਰਨ ਦੇ ਵਿੱਚ, ਤੁਹਾਨੂੰ ਇੰਪਲੋਇਮੈਂਟ ਦਿਵਾਉਣ ਦੇ ਵਿੱਚ ਜਿਹੜੇ ਸਕਿੱਲਸ ਹੈਲਪ ਕਰਦੇ ਨੇ ਆਪਾਂ ਉਹਨਾਂ ਨੂੰ ਜੈਨਰਿਕ ਸਕਿੱਲਸ ਕਹਿੰਦੇ ਹਾਂ।
Generic skills are typically associated with high level skills. Number one is communication skills, ਤੁਹਾਡਾ ਬੋਲਣ ਦਾ ਤਰੀਕਾ। ਟੀਮ ਵਰਕਿੰਗ ਸਕਿੱਲਸ, ਤੁਸੀਂ ਟੀਮ ਦੇ ਵਿੱਚ ਕਿਸ ਤਰ੍ਹਾਂ ਬਿਹੇਵ ਕਰ ਰਹੇ ਹੋ। ਪ੍ਰੋਬਲਮ ਸੋਲਵਿੰਗ ਸਕਿੱਲਸ, ਤੁਸੀਂ ਇੰਡਸਟਰੀ ਦੇ ਵਿੱਚ ਡਿਫਰੈਂਟ ਪ੍ਰੋਬਲਮਸ ਨੂੰ ਸੋਲਵ ਕਰਨਾ ਹੈ। ਅਡੈਪਟੇਬਿਲਿਟੀ, ਤੁਸੀਂ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਅਡੈਪਟ ਕਰ ਰਹੇ ਹੋ। ਨੰਬਰ 5 ਇਜ਼ ਲਾਈਫ ਲੌਂਗ ਲਰਨਿੰਗ। ਇਹ ਵੀ ਕੁਐਸਚਨ ਬੜਾ ਹਰ ਵਾਰ ਪੇਪਰ ਦੇ ਵਿੱਚ ਆਉਂਦਾ ਹੁੰਦਾ ਹੈ ਕਿ ਵਾਈ explain why employers are not hiring the young people for entry level jobs। ਕਿ ਜਿਹੜਾ employer ਹੈ, ਪੇਪਰ ਦੇ ਵਿੱਚ ਹਰ ਵਾਰੀ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਯੰਗ ਪਰਸਨਸ ਨੂੰ, ਯੰਗ ਪੀਪਲ ਨੂੰ ਕਿਉਂ ਨਹੀਂ ਪ੍ਰੈਫਰ ਕਰਦੇ। ਉਹਦਾ ਰੀਜ਼ਨ ਇਹ ਹੈ, ਦੇਖੋ ਜਿਹੜੇ ਬੱਚੇ ਹੁੰਦੇ ਨੇ, ਤੁਸੀਂ ਹੁਣ ਆਫਟਰ ਮੈਟ੍ਰਿਕ 3 ਸਾਲ ਦਾ ਡਿਪਲੋਮਾ ਕੀਤਾ, ਬੱਚੇ ਕੀ ਚਾਹੁੰਦੇ ਨੇ ਕਿ ਵਾਈਟ ਕਾਲਰ ਜੌਬਸ ਹੋਵੇ, ਸਾਡੀਆਂ ਸੈਲਰੀ ਜ਼ਿਆਦਾ ਹੋਵੇ, ਸਾਨੂੰ ਕੰਮ ਘੱਟ ਕਰਨਾ ਪਵੇ ਤੇ ਸਾਨੂੰ ਅਲਾਊਂਸਸ ਜ਼ਿਆਦਾ ਮਿਲੇ। ਜਿਹੜਾ ਐਮਪਲਾਇਰ ਹੈ ਉਹ ਕੀ ਚਾਹੁੰਦਾ ਹੈ ਕਿ ਮੈਨੂੰ ਟ੍ਰੇਨਡ, ਬਿਲਕੁਲ ਸਕਿਲਡ ਮੈਨ ਪਾਵਰ ਮਿਲੇ ਤੇ ਮੈਨੂੰ ਘੱਟ ਸੈਲਰੀ ਦੇਣੀ ਪਵੇ ਤੇ ਅਲਾਊਂਸਸ ਘੱਟ ਦੇਣੇ ਪੈਣ ਤੇ ਉਹਨਾਂ ਦੇ ਵਰਕਿੰਗ ਜਿਹੜੇ ਆਵਰਸ ਨੇ ਉਹ ਲੰਬੇ ਹੋਣ, ਉਹਨਾਂ ਕੋਲੇ ਟੈਕਨੀਕਲ ਦੇ ਨਾਲ ਨਾਲ ਜਰਨਿਕ ਸਕਿੱਲਸ ਵੀ ਹੋਣ ਜੋ ਐਮਪਲਾਇਰ ਚਾਹੁੰਦਾ। ਨੰਬਰ 1 ਦੇ ਵਿੱਚ ਪੂਅਰ ਐਟੀਟਿਊਡ, ਲੈਕ ਆਫ ਸੈਲਫ ਕੌਨਫੀਡੈਂਸ ਜਿਹੜੇ ਸਟੂਡੈਂਟਸ ਨੇ। ਸੈਕੰਡ ਇਜ਼ ਲੋ ਗ੍ਰੇਡ ਐਂਡ ਲੋ ਲੈਵਲਸ ਆਫ ਅਕੈਡਮਿਕ ਅਕੰਪਲਿਸ਼ਮੈਂਟਸ। ਨੰਬਰ 3 ਇਜ਼ ਲੈਕ ਆਫ ਗੋਲਸ, ਪੂਰਲੀ ਮੋਟੀਵੇਟਡ, ਲੈਕ ਆਫ enthusiasm, ਲੈਕ ਆਫ ਡਰਾਈਵ, ਲਿਟਲ ਐਵੀਡੈਂਸ ਆਫ ਲੀਡਰਸ਼ਿਪ ਪੋਟੈਂਸ਼ੀਅਲ, ਲੈਕ ਆਫ ਪ੍ਰੈਪਰੇਸ਼ਨ ਫॉर द ਇੰਟਰਵਿਊ। ਦੇਖੋ ਬੱਚਿਆਂ ਨੂੰ ਇੰਟਰਵਿਊ ਦੇ ਲਈ ਅਲੱਗ ਤਰੀਕੇ ਨਾਲ ਤਿਆਰ ਹੋਣਾ ਪਏਗਾ। ਐਕਸੈਸਿਵ ਇੰਟਰਸਟ ਇਨ ਸਿਕਿਉਰਿਟੀ, ਜਿਹੜਾ EMPLOYEE ਹੈ ਉਹਦਾ ਕੀ ਹੋਏਗਾ ਕਿ ਮੈਨੂੰ ਸਿਕਿਉਰਿਟੀ, ਇਸੇ ਕਰਕੇ ਬੱਚੇ ਗਵਰਨਮੈਂਟ ਜੌਬਸ ਨੂੰ ਬਹੁਤ ਜ਼ਿਆਦਾ ਪ੍ਰੈਫਰ ਕਰਦੇ ਨੇ ਕਿਉਂਕਿ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਹੈ। ਐਂਡ ਬੈਨੀਫਿਟਸ, ਅਨਰੀਅਲਿਸਟਿਕ ਸੈਲਰੀ ਡਿਮਾਂਡਸ, ਜਿਹੜੇ ਸਟੂਡੈਂਟਸ ਨੇ, ਜਿਹੜੇ EMPLOYEES ਨੇ ਉਹ ਜ਼ਿਆਦਾ ਸੈਲਰੀ ਚਾਹੁੰਦੇ ਨੇ ਐਂਡ ਐਕਸਪੈਕਟੇਸ਼ਨ ਜ਼ਿਆਦਾ ਹੁੰਦੀਆਂ ਨੇ ਉਹਨਾਂ ਦੀਆਂ। ਨੰਬਰ 7 ਇਜ਼ ਇਨਐਡਿਕੁਏਟ ਪ੍ਰੈਪਰੇਸ਼ਨ ਫॉर ਟਾਈਪ ਆਫ ਵਰਕ in appropriate background. Number 8 is lack of extracurricular activities. Number 9, inadequate basic skills reading, writing. ਇਸ ਤੋਂ ਅੱਗੇ ਆਪਣੇ ਕੋਲੇ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ, ਰਾਈਟ ਨੋਟ ਔਨ GSD, ਗਲੋਬਲ ਐਂਡ ਲੋਕਲ ਸਿਨੈਰੀਓ ਆਫ GSD। ਕੋਈ ਜਿਹੜੇ ਸਕਿੱਲਸ ਨੇ ਆਪਾਂ ਇਹਨਾਂ ਨੂੰ ਗਲੋਬਲੀ ਡਿਫਰੈਂਟ ਨਾਮਸ ਦੇ ਵਿੱਚ ਇਹਨਾਂ ਨੂੰ ਯੂਜ਼ ਕਰਦੇ ਆ। ਜਰਨਿਕ ਸਕਿੱਲਸ ਆਰ ਆਲਸੋ ਨੋਨ ਬਾय ਨੰਬਰ ਆਫ ਟਰਮਸ ਓਵਰਸੀਜ਼। In some countries, they are specifically employment related, while in others, greater emphasis has been placed on their social relevance. Box 2 ਆਪਾਂ ਬੇਟਾ box 2 ਬਣਾਇਆ, ਇਹਦੇ ਵਿੱਚ box 2 outlines the different labels being used for generic skills in various countries. ਹਰ ਇੱਕ ਕੰਟਰੀ ਦੇ ਵਿੱਚ ਇਹਨੂੰ ਡਿਫਰੈਂਟ ਜਨਰਿਕ ਸਕਿੱਲਸ ਨੂੰ ਆਪਾਂ ਡਿਫਰੈਂਟ ਨਾਮ ਦੇ ਨਾਲ ਬੁਲਾਉਂਦੇ ਹਾਂ। Box 2 terms used in various countries to describe generic skills. United Kingdom UK ਦੇ ਵਿੱਚ ਆਪਾਂ ਇਹਨਾਂ ਨੂੰ ਕੋਰ ਸਕਿੱਲਸ ਕਹਿੰਦੇ ਆ, ਕੀ ਸਕਿੱਲਸ ਕਹਿੰਦੇ ਆ, ਕਾਮਨ ਸਕਿੱਲਸ ਕਹਿੰਦੇ ਆ। ਨਿਊਜ਼ੀਲੈਂਡ ਦੇ ਵਿੱਚ ਐਸੈਂਸ਼ੀਅਲ ਸਕਿੱਲਸ, ਆਸਟ੍ਰੇਲੀਆ ਦੇ ਵਿੱਚ ਕੀ ਕੰਪੀਟੈਂਸੀਜ਼, EMPLOYABILITY ਸਕਿੱਲਸ, ਜਨਰਿਕ ਸਕਿੱਲਸ, ਕੈਨੇਡਾ ਦੇ ਵਿੱਚ EMPLOYABILITY ਸਕਿੱਲਸ, ਯੂਨਾਈਟਿਡ ਸਟੇਟਸ ਦੇ ਵਿੱਚ ਬੇਸਿਕ ਸਕਿੱਲਸ, ਨੈਸੈਸਰੀ ਸਕਿੱਲਸ, ਵਰਕਪਲੇਸ ਨੋ-ਹਾਊ, ਸਿੰਗਾਪੁਰ ਦੇ ਵਿੱਚ ਕ੍ਰਿਟੀਕਲ ਐਨੇਬਲਿੰਗ ਸਕਿੱਲਸ, ਫਰਾਂਸ ਦੇ ਵਿੱਚ ਟ੍ਰਾਂਸਫਰੇਬਲ ਸਕਿੱਲਸ, ਜਰਮਨੀ ਦੇ ਵਿੱਚ ਕੀ ਕੁਆਲੀਫਿਕੇਸ਼ਨ, ਸਵਿਟਜ਼ਰਲੈਂਡ ਟ੍ਰਾਂਸਡਿਸਪਲਿਨਰੀ ਗੋਲਸ, ਡੈਨਮਾਰਕ ਦੇ ਵਿੱਚ ਪ੍ਰੋਸੈਸ ਇੰਡੀਪੈਂਡੈਂਟ ਕੁਆਲੀਫਿਕੇਸ਼ਨਸ। ਨੈਕਸਟ ਅੱਗੇ ਆਪਣੇ ਕੋਲ ਆ ਗਿਆ ਲਾਈਫ ਲੌਂਗ ਲਰਨਿੰਗ। ਪੇਪਰ ਦੇ ਵਿੱਚ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ। ਪੇਪਰ ਆਉਂਦਾ ਦਾ ਕੁਐਸਚਨ, ਰਾਈਟ ਨੋਟ ਔਨ ਲਾਈਫ ਲੌਂਗ ਲਰਨਿੰਗ ਔਰ ਇੰਪੋਰਟੈਂਸ ਆਫ ਲਾਈਫ ਲੌਂਗ ਲਰਨਿੰਗ। ਸੋ ਬੇਟੇ ਲਾਈਫ ਲੌਂਗ ਲਰਨਿੰਗ ਕੀ ਹੈ ਕਿ ਦੇਖੋ ਚਾਈਲਡਹੁੱਡ ਤੋਂ ਲੈ ਕੇ ਜਦੋਂ ਤੱਕ ਬੰਦਾ ਬੁੱਢਾ ਨਹੀਂ ਹੋ ਜਾਂਦਾ, ਹਰ ਇੱਕ ਸਟੇਜ ਦੇ ਵਿੱਚ ਉਹ ਕੁਛ ਨਾ ਕੁਛ ਆਪਣੀ ਨੌਲੇਜ ਨੂੰ ਇੰਪਰੂਵ ਕਰ ਰਿਹਾ ਹੁੰਦਾ। ਜੋ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰਨਾ ਹੈ, ਤੁਹਾਨੂੰ ਅੱਜ ਦੇ ਟਾਈਮ ਵਿੱਚ ਸਭ ਤੋਂ ਜ਼ਿਆਦਾ ਚੇਂਜ ਹੋ ਰਹੀ ਹੈ ਟੈਕਨੋਲੋਜੀ ਬਹੁਤ ਫਾਸਟ ਚੇਂਜ ਹੋ ਰਹੀ ਹੈ। ਤੁਹਾਨੂੰ EMPLOYERS ਦੀ ਨੀਡ ਮੁਤਾਬਕ ਆਪਣੀ ਨੌਲੇਜ ਨੂੰ, ਆਪਣੇ ਸਕਿੱਲਸ ਨੂੰ, ਆਪਣੀ ਟੈਕਨੋਲੋਜੀ ਨੂੰ
ਅਪ ਟੂ ਡੇਟ ਰੱਖਣਾ ਪਏਗਾ। ਜੋ EMPLOYERS ਦੀਆਂ ਨੀਡ ਨੇ ਤੁਹਾਨੂੰ ਉਹਦੇ ਅਕੋਰਡਿੰਗਲੀ ਆਪਦੇ ਆਪ ਨੂੰ ਚੇਂਜ ਕਰਦੇ ਰਹਿਣਾ ਪਏਗਾ। ਫਿਰ ਕਹਿੰਦੇ ਕਿ ਲਾਈਫ ਲੌਂਗ ਲਰਨਿੰਗ। LLL or LLL, lifelong learning. Lifelong learning is defined as the activity undertaken throughout life with the aim of improving knowledge, skills, and competencies with a personal, civil, social, or employment related perspective. Lifelong learning is a continuous process that an individual learns from his or her childhood. देखो childhood ਤੋਂ ਲੈ ਕੇ ਦਾ ਜਵਾਨ ਹੁੰਦਾ ਹੈ, ਬੁਢਾਪੇ ਤੱਕ ਜਦੋਂ ਤੱਕ ਤੁਸੀਂ ਜੌਬ ਕਰਨੀ ਹੈ, ਤੁਸੀਂ ਡਿਫਰੈਂਟ ਸਿਚੁਏਸ਼ਨ ਦੇ ਵਿੱਚੋਂ ਚੇਂਜ ਹੋਣਾ ਹੈ ਤੇ ਉਹਦੇ ਅਕੋਰਡਿੰਗਲੀ ਲਰਨ ਕਰਦੇ ਰਹਿਣਾ। ਲਾਈਫ ਲੌਂਗ ਲਰਨਿੰਗ ਇਜ਼ ਅ ਕੰਟੀਨਿਊਸ ਪ੍ਰੋਸੈਸ ਵਿਚ ਇਜ਼ ਐਕਵਾਇਰਡ ਬਾਈ ਇੰਡੀਵਿਜੂਅਲ ਐਟ ਆਲ the different phases of one's life. Moreover, learning throughout life also gives us many options to develop ourselves for all situations. Importance of lifelong learning. ये बड़ा important question है बेटे। The following points highlight the importance of lifelong learning. Number 1, to remain competent for the benefit of your employer. ਦੇਖੋ ਜਿੰਨੀ ਦੇਰ ਤੱਕ ਤੁਸੀਂ EMPLOYER ਦੇ ਲਈ ਬੈਨੀਫੀਸ਼ੀਅਲ ਹੋ, ਉਹਨੂੰ ਪ੍ਰੋਫਿਟ ਦੇ ਰਹੇ ਹੋ, ਤੁਹਾਨੂੰ ਉਹਨਾਂ ਚਿਰ ਹੀ EMPLOYER ਨੇ ਜੌਬ ਦੇਣੀ ਹੈ। ਜਦੋਂ ਤੁਸੀਂ ਉਹਦੇ ਲਈ ਕੰਪੀਟੈਂਟ ਨਹੀਂ ਰਹੇ ਜਾਂ ਉਹਨੂੰ ਬੈਨੀਫਿਟ ਨਹੀਂ ਦੇ ਰਹੇ ਤਾਂ ਤੁਹਾਨੂੰ ਉਹਨੇ ਲੇ ਆਫ ਦੇ ਉੱਤੇ ਜਾਂ ਤੁਹਾਨੂੰ ਘਰ ਉਹਨੇ ਤੁਹਾਨੂੰ ਡਿਊਜ਼ ਦੇ ਕੇ ਘਰੇ ਭੇਜਣਾ। ਟੂ ਗੇਨ ਨੌਲੇਜ ਨੀਡਡ ਟੂ ਮੂਵ ਇਨਟੂ ਅ ਨਿਊ ਏਰੀਆ ਆਫ ਬਿਜ਼ਨਸ। ਉਸ ਕੰਮ ਕਾਰ ਵਿੱਚ ਨਵੇਂ ਕਿਹੜੇ ਏਰੀਆਜ਼ ਡਿਵੈਲਪ ਹੋ ਰਹੇ ਨੇ। ਟੂ ਡਿਵੈਲਪ ਅ ਸਕਿੱਲ ਨੀਡਡ ਫॉर ਪ੍ਰਮੋਸ਼ਨ ਸਚ ਐਜ਼ ਮੈਨੇਜਮੈਂਟ ਐਕਸਪਰਟਾਈਜ਼। ਟੂ ਲਰਨ ਅ ਨਿਊ ਸਕਿੱਲ ਸਚ ਐਜ਼ ਨਿਊ ਲੈਂਗੁਏਜ। ਦੇਖੋ ਬਿਜ਼ਨਸ ਦੇ ਵਿੱਚ ਤੁਹਾਨੂੰ ਕੋਈ ਨਵੀਂ ਲੈਂਗੁਏਜ ਜਾਂ ਤੁਹਾਨੂੰ ਇਸ ਤਰ੍ਹਾਂ ਇੰਗਲਿਸ਼ ਹੈ ਨਾਲ ਤੁਹਾਨੂੰ ਫਰੈਂਚ ਸਿੱਖਣੀ ਪਵੇ, ਕੋਈ ਹੋਰ ਜਿੱਥੇ ਤੁਹਾਡੀ ਕੰਪਨੀ ਦੇ ਵਿੱਚ ਬਿਜ਼ਨਸ ਤੁਹਾਨੂੰ ਮਿਲਿਆ ਉਸ ਕੰਟਰੀ ਦੀ ਲੈਂਗੁਏਜ ਕੋਈ ਡਿਫਰੈਂਟ ਹੈ ਤਾਂ ਤੁਹਾਨੂੰ ਉਹਦੇ ਵਿੱਚ ਵੀ ਆਪਦੇ ਆਪ ਨੂੰ ਐਕਸਪਰਟਾਈਜ਼ ਕਰਨਾ ਪਏਗਾ। ਟੂ ਰਿਮੇਨ ਅਪ ਟੂ ਡੇਟ ਵਿਦ ਦ ਨਿਊ ਡਿਵੈਲਪਮੈਂਟਸ ਇਨ ਯੋਰ ਏਰੀਆ ਆਫ ਐਕਸਪਰਟਾਈਜ਼। ਜਿਸ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ ਲੇਟੈਸਟ ਡਿਵੈਲਪਮੈਂਟਸ ਕੀ ਹੋ ਰਹੀਆਂ ਨੇ, ਤੁਹਾਨੂੰ ਉਹਦੇ ਲਈ ਅਪ ਟੂ ਡੇਟ ਰਹਿਣਾ ਪਏਗਾ। ਟੂ ਕੀਪ ਅਹੈਡ ਆਫ ਦ ਨਿਊ ਐਡਵਾਂਸਮੈਂਟਸ ਇਨ ਫੀਲਡ ਆਫ ਟੈਕਨੋਲੋਜੀ। ਫਿਰ ਅੱਜ ਦੇ ਟਾਈਮ ਤੋਂ ਜਿਹੜੀ ਚੇਂਜ ਫਾਸਟ ਜਾ ਰਹੀਆਂ ਨੇ ਉਹ ਟੈਕਨੋਲੋਜੀ ਦੇ ਵਿੱਚ ਆ ਰਹੀਆਂ ਨੇ, ਤਾਂ ਤੁਹਾਨੂੰ ਨਵੀਆਂ ਐਡਵਾਂਸਮੈਂਟ ਟੈਕਨੋਲੋਜੀ ਕੀ ਨੇ ਉਹਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਪਏਗਾ। ਤੁਹਾਨੂੰ ਬੇਟੇ ਫਸਟ ਚੈਪਟਰ ਦੇ ਵਿੱਚੋਂ 2-5 ਨੰਬਰ ਦੇ ਕੁਐਸਚਨਸ ਡਿਫਰੈਂਟ ਪੇਪਰ ਦੇ ਵਿੱਚ ਜ਼ਰੂਰ ਆ ਜਾਂਦੇ ਹੁੰਦੇ ਨੇ। ਦੇ ਵਿੱਚ ਜਿਸ ਤਰ੍ਹਾਂ ਸਭ ਤੋਂ ਜਿਹੜਾ ਇੰਪੋਰਟੈਂਟ ਕੁਐਸਚਨ ਹੈ ਰਾਈਟ ਨੋਟ ਔਨ ਲਾਈਫ ਲੌਂਗ ਲਰਨਿੰਗ, ਜਾਂ ਪਹਿਲਾਂ ਤਾਂ ਮੈਂ ਕਰਾਇਆ ਸੀਗਾ ਕਿ ਜਿਹੜੇ EMPLOYERS ਨੇ ਉਹ ਯੰਗ ਪੀਪਲ ਨੂੰ ਐਂਟਰੀ ਲੈਵਲ ਜੌਬਸ ਲਈ ਕਿਉਂ ਨਹੀਂ ਪ੍ਰੈਫਰ ਕਰਦੇ, ਜਾਂ ਰਾਈਟ ਨੋਟ ਔਨ GSD ਜਰਨਿਕ ਸਕਿੱਲਸ ਡਿਵੈਲਪਮੈਂਟ। ਪੇਪਰ ਦੇ ਵਿੱਚ ਤੁਹਾਨੂੰ 5 ਨੰਬਰ ਦੇ ਇਸ ਵਿੱਚੋਂ 2 ਕੁਐਸਚਨ ਪਹਿਲੇ ਚੈਪਟਰ ਦੇ ਵਿੱਚੋਂ ਡੈਫੀਨੇਟਲੀ ਆ ਜਾਂਦੇ ਹੁੰਦੇ ਨੇ। ਥੈਂਕ ਯੂ।